ਔਜ਼बिल्लाहिमिनश्शैतानिर्रजीम बिस्मिल्लाहिर्रहमानिर्रहीम। मैं हाँ ਤੁਹਾਡਾ ਵੀਰ ਤੁਹਾਡਾ ਵਿਰਾ ਅਯੂਬ ਸਾਬਿਰ ਜਨੂਨ ਪਾਕਿਸਤਾਨ ਦੇ ਨਾਲ, ਔਰ ਮੇਰੇ ਨਾਲ ਇਸ ਵਕਤ ਪਰਦੇਸੀ ਭਰਾ ਮੌਜੂਦ ਹੈ ਜਿਹੜਾ ਕਿ ਰੀਸੈਂਟਲੀ ਸਾਊਦੀ ਅਰਬ ਤੋਂ ਵਾਪਸ ਆਏ ਨੇ। ਅਸੀਂ ਉੱਥੋਂ ਦੇ ਮਸਾਇਲ ਤੇ ਗੱਲਬਾਤ ਕਰਨੇ ਆ। अस्सलाम वालेकुम सर। वालेकुम अस्सलाम। ਅੱਛਾ ਸਰ, ਮੈਨੂੰ ਇਹ ਪਹਿਲੇ ਦੱਸੋ ਕਿ ਜਿਹੜਾ ਮਤਲਬ ਕਿਸੇ ਵੀ ਮੁਲਕ ਜਾਣ ਤੋਂ ਬਾਅਦ ਉੱਥੇ ਕਿਹੜਾ ਪਹਿਲਾ ਮਸਲਾ ਪੇਸ਼ ਆਉਂਦਾ? ਉੱਥੇ ਅਯੂਬ ਭਾਈ ਸਭ ਤੋਂ ਪਹਿਲਾ ਮਸਲਾ ਜ਼ੁਬਾਨ ਹੁੰਦਾ ਹੈ। ਲੈਂਗੁਏਜ ਤੁਹਾਡੇ ਵਾਸਤੇ ਪ੍ਰੋਬਲਮ ਕਰਦੀ ਹੈ, ਉਹ ਤੁਹਾਨੂੰ ਆਉਣੀ ਚਾਹੀਦੀ। ਅੱਛਾ, ਸਾਨੂੰ ਇਹ ਲੈਂਗੁਏਜ ਨੂੰ ਸਿੱਖਣ ਵਾਸਤੇ ਜਾਂ ਉੱਥੇ ਜਾਣ ਤੋਂ ਪਹਿਲੇ ਸਾਨੂੰ ਆਪਣੇ ਮੁਲਕ ਦੇ ਵਿੱਚ ਕਿਹੜੀ ਜਿਹੜੀ ਸਾਨੂੰ ਟ੍ਰੇਨਿੰਗ ਕਰਨੀ ਚਾਹੀਦੀ ਹੈ? ਉਸ ਵਾਸਤੇ ਬੇਸਿਕਲੀ ਤੁਹਾਡੇ ਵਾਸਤੇ ਇਹ ਚੀਜ਼ ਹੁੰਦੀ ਹੈ ਕਿ ਤੁਸੀਂ, ਕਿਉਂਕਿ ਇੰਝ ਹੁੰਦਾ ਵੇ ਕਿ ਤੁਹਾਡੇ ਜਿਹੜੇ ਦੋਸਤ ਹੁੰਦੇ ਨੇ ਉਹ ਸ਼ੁਰੂ ਦੇ ਵਿੱਚ ਕੰਮ ਤੇ ਚਲੇ ਜਾਂਦੇ ਨੇ, ਤੁਸੀਂ ਜਾਂਦੇ ਕੰਮ ਤੇ ਖੜੇ ਨਹੀਂ ਹੁੰਦੇ 10-15 ਦਿਨ, ਉਹਦੇ ਵਿੱਚ ਤੁਹਾਡੇ ਵਾਸਤੇ ਮੁਸ਼ਕਲਾਤ ਹੁੰਦੀ ਨੇ। ਅਗਰ ਤੁਸੀਂ ਕੋਈ ਚੀਜ਼ ਵਗੈਰਾ ਲੈਣੀ ਤੇ ਉਸ ਚੀਜ਼ ਦੇ ਨਾਮ ਵਗੈਰਾ ਤੁਸੀਂ ਸਿੱਖੋ। ਮਤਲਬ ਕਿਸੇ ਕਰਿਆਨੇ ਦੀ ਦੁਕਾਨ ਤੇ ਜੀ ਜਾਣਾ ਜਾਂ ਸਬਜ਼ੀ ਦੀ ਦੁਕਾਨ ਤੇ ਜਾਣਾ ਜਾਂ ਕਿਸੇ ਵੀ ਕੋਈ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਪਰਸਨਲ ਯੂਜ਼ ਵਾਸਤੇ ਇਸਤੇਮਾਲ ਕਰਨੀਆਂ ਨੇ, ਸਾਨੂੰ ਉਹਨਾਂ ਦੇ ਉਸ ਮੁਲਕ ਦੀ ਜਿਹੜੀ ਜ਼ੁਬਾਨ ਹੈ ਉਹ ਥੋੜੇ ਬਹੁਤੇ ਸਾਨੂੰ ਯਾਦ ਕਰ ਲੈਣੇ ਚਾਹੀਦੇ ਨੇ, ਜੀ ਬਸ ਤਾਂ ਕਿ ਅਸੀਂ ਅਗਰ ਉੱਥੇ ਜਾਈਏ ਤਾਂ ਸਾਡਾ ਜਿਹੜਾ ਵਕਤ ਜ਼ਾਇਆ ਨਾ ਹੋਵੇ। ਵਕਤ ਜ਼ਾਇਆ ਨਾ ਹੋ। ਅੱਛਾ, ਇੱਕ ਨਾ ਬੜਾ ਇੰਪੋਰਟੈਂਟ ਮੈਂ ਸਵਾਲ ਤੁਹਾਡੇ ਨਾਲ ਕਰਨਾ ਚਾਹ ਰਿਹਾ ਕਿ ਜਦੋਂ ਮਤਲਬ ਉੱਥੇ ਤੁਹਾਡੇ ਜ਼ਾਹਰੀ ਗੱਲ ਹੈ ਕੋਈ ਰਿਸ਼ਤੇਦਾਰ, ਕੋਈ ਦੋਸਤ ਅਹਿਬਾਬ ਤੁਹਾਨੂੰ ਆਲਰੇਡੀ ਉੱਥੇ ਤੁਹਾਨੂੰ ਕੋਈ ਨਾ ਕੋਈ ਮਿਲ ਜਾਂਦਾ ਹੈ, ਜੀ ਜੀ ਲੇਕਿਨ ਜਾਣ ਤੋਂ ਪਹਿਲੇ ਮਤਲਬ ਤੁਹਾਡੇ ਰਾਬਤੇ 'ਚ ਵੀ ਹੁੰਦੇ ਨੇ, ਲੇਕਿਨ ਜਦੋਂ ਤੁਸੀਂ ਉੱਥੇ ਚਲੇ ਜਾਂਦੇ ਹੋ ਉੱਥੇ ਉਹਨਾਂ ਦੇ ਰੰਗ ਕੁਝ ਹੋਰ ਹੁੰਦੇ ਨੇ। ਥੋੜਾ ਜਿਹਾ ਇਹਦੇ ਤੇ ਰੋਸ਼ਨੀ ਪਾਓ। ਜੀ ਜੀ ਬਹੁਤ ਫਰਕ ਹੁੰਦਾ ਵੇ। ਇੱਥੇ ਤੁਹਾਡੇ ਨਾਲ ਕੁਝ ਗੱਲਾਂ ਕਰਦੇ ਨੇ ਕਿ ਤੁਸੀਂ ਆਓ, ਅਲਹਮਦੁਲਿਲਾ ਬਹੁਤ ਤੁਹਾਡੇ ਵੀਰ ਦੀ ਜਾਣ ਪਹਿਚਾਣ ਹੈ, ਇਹ ਉਹ। ਐਸਾ ਕੁਝ ਵੀ ਨਹੀਂ ਹੁੰਦਾ। ਬਾਹਰ ਇਸ ਤਰ੍ਹਾਂ ਹੁੰਦਾ, ਹਰ ਬੰਦੇ ਨੂੰ ਆਪਣੀ ਆਪਣੀ ਹੁੰਦੀ, ਹਰ ਬੰਦੇ ਨੂੰ ਮਸਰੂਫੀਅਤ ਵਿੱਚ ਹੁੰਦਾ ਹੈ, ਹਰ ਬੰਦੇ ਦੀ ਆਪਣੀ ਆਪਣੀ ਮਸਰੂਫੀਅਤ ਹੁੰਦੀਆਂ ਨੇ, ਹਰ ਬੰਦਾ ਮਸਰੂਫ ਹੁੰਦਾ ਹੈ। ਇੱਥੇ ਬੰਦੇ ਕਹਿੰਦੇ ਨੇ ਕਿ ਜੀ ਸਾਡੇ ਕੋਲ ਇੱਥੇ 15 ਬੰਦੇ ਥੱਲੇ ਕੰਮ ਕਰਨੇ, ਇਹ ਕਰ ਰਹੇ, ਐਸਾ ਕੁਝ ਵੀ ਨਹੀਂ ਹੁੰਦਾ। ਔਰ ਇੱਥੋਂ ਬੰਦੇ ਜਾਂਦੇ ਨੇ ਕਿ ਬੰਦੇ ਦੇ ਮਾਇੰਡ ਦੇ ਵਿੱਚ ਹੁੰਦਾ ਹੈ ਕਿ ਮੇਰਾ ਰਹਿਣ ਸਹਿਣ ਐਵੇਂ ਦਾ ਹੋਵੇਗਾ, ਬੜਾ ਲਗਜ਼ਰੀ ਮਾਹੌਲ ਹੋਵੇਗਾ। ਬੇਸਿਕਲੀ ਅਗਰ ਤੁਸੀਂ ਜਿਸ ਟਾਈਮ ਤੁਸੀਂ ਬਾਹਰ ਜਾਂਦੇ ਜੇ ਨਾ, ਬਾਹਰ ਦੇ ਰਹਿਣ ਸਹਿਣ ਤੇ ਲਾਹੌਰ ਦੇ ਰਹਿਣ ਸਹਿਣ 'ਚ ਬਹੁਤ ਜ਼ਿਆਦਾ ਫਰਕ ਹੁੰਦਾ। ਲਾਹੌਰ ਦੇ ਰੂਮ ਬਹੁਤ ਹੀ ਬਿਹਤਰ ਨੇ, ਉੱਥੋਂ ਦੇ ਰੂਮ ਨਾਲ ਤੁਸੀਂ ਸੋਚ ਕੇ ਜਾਂਦੇ ਜੀ ਕਿ ਜੀ ਸਾਡਾ ਇਹ ਸਿਸਟਮ ਹੋ ਗਿਆ, ਇਹੋ ਜਿਹਾ ਕੁਝ ਵੀ ਨਹੀਂ ਹੁੰਦਾ। ਅੱਛਾ, ਮੈਨੂੰ ਇਹ ਦੱਸੋ ਵੀ ਅਗਰ ਖੁਦਾ ਨਾ ਖਾਸਾ ਬਿਮਾਰੀ ਸੇ ਤੰਦਰੁਸਤੀ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹੈ, ਜੀ ਜੀ ਅਗਰ ਪ੍ਰਦੇਸ਼ ਦੇ ਵਿੱਚ ਅਗਰ ਇੱਕ ਇਨਸਾਨ ਬਿਮਾਰ ਹੋ ਜਾਂਦਾ ਹੈ ਤੇ ਜਿਹੜੇ ਉਹਦੇ ਨਾਲ ਰਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ ਜੀ ਉਹਨਾਂ ਦੇ ਕੀ ਤਾਸੁਰਾਤ ਹੁੰਦੇ ਨੇ? ਜੀ ਉਹਨਾਂ ਦੇ ਤਾਸੁਰਾਤ, ਅਗਰ ਤੁਹਾਡੇ ਨਾਲ ਨਸਲੀ ਲੋਕ ਨੇ ਤੇ ਉਹਨਾਂ ਦੇ ਤਾਸੁਰਾਤ ਅੱਛੇ ਹੋਣਗੇ, ਤੁਹਾਡੇ ਨਾਲ ਹੈਲਪ ਕਰਨਗੇ। ਔਰ ਫਿਰ ਵੀ ਅਗਰ ਨਸਲੀ ਲੋਕ ਵੀ ਹੈ ਨੇ, ਉਹਨਾਂ ਦੀ ਵੀ ਅਕਸਰ ਮਸਰੂਫੀਅਤ ਹੁੰਦੀਆਂ ਨੇ, ਹਰ ਵਕਤ ਬੰਦਾ ਤੁਹਾਡੇ ਵਾਸਤੇ ਟਾਈਮ ਨਹੀਂ ਕੱਢਦਾ। ਔਰ ਇਸ ਦੇ ਵਾਸਤੇ ਤੁਹਾਨੂੰ ਚਾਹੀਦਾ ਕਿ ਤੁਸੀਂ ਆਪ ਆਪਣੀ ਕੇਅਰ ਕਰੋ, ਆਪਣੇ ਆਪ ਨੂੰ ਉੱਥੇ ਖੁਦ ਸਟੇਬਲ ਕਰਕੇ ਰੱਖੋ, ਆਪਣੀ ਸਿਹਤ ਨੂੰ, ਤੁਹਾਡੇ ਵਾਸਤੇ ਇਹੀ ਬਿਹਤਰ ਹੈ। ਬਾਜ਼ ਔਕਾਤ ਉੱਥੇ ਲੋਕ ਤੁਹਾਨੂੰ ਪੁੱਛਦੇ ਵੀ ਨਹੀਂ, ਜਿਸ ਟਾਈਮ ਤੁਸੀਂ ਬਿਮਾਰ ਹੋ ਜਾਂਦੇ ਜੇ, ਹਰ ਬੰਦੇ ਨੂੰ ਆਪਣਾ ਪਤਾ ਹੁੰਦਾ ਕਿ ਰਾਤ ਨੂੰ ਮੈਂ ਆਪਣੀ ਦਿਹਾੜੀ ਪੂਰੀ ਕਰਨੀ, ਆਪਣਾ ਟਾਰਗੇਟ ਪੂਰਾ ਕਰਨਾ ਹੁੰਦਾ। ਉਹ ਆਪਣੇ ਟਾਰਗੇਟ 'ਤੇ ਉਹਦੀ ਨਜ਼ਰ ਹੁੰਦੀ, ਤੁਹਾਡੇ 'ਤੇ ਨਜ਼ਰ ਨਹੀਂ ਹੁੰਦੀ। ਅੱਛਾ, ਇੱਕ ਨਾ ਬੜਾ ਪਰਸਨਲ ਸਵਾਲ ਹੈ ਕਿ ਇਨਸਾਨ ਆਪਣਾ ਮੁਲਕ, ਆਪਣਾ ਘਰ ਸਾਰਾ ਕੁਝ ਛੱਡ ਕੇ ਦੂਸਰੇ ਮੁਲਕ ਜਾ ਰਿਹਾ ਹੁੰਦਾ। ਤੁਸੀਂ ਜਦੋਂ ਉੱਥੇ ਗਏ ਹੋ, ਕਦੇ ਤੁਸੀਂ ਕਦੇ ਇਕੱਲੇ ਬਹਿ ਕੇ ਰੋਏ ਹੋਵੋ? ਜੀ ਅਲਹਮਦੁਲਿਲਾ, ਮੈਂ ਕਰਾਚੀ 4 ਸਾਲ ਕੰਮ ਕੀਤਾ ਵੇ, ਫਿਰ ਲਾਹੌਰ 'ਚ ਵੀ ਮੈਂ 1.5 ਸਾਲ ਕੰਮ ਕੀਤਾ, ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਲੇਕਿਨ ਜਦ ਮੈਂ ਆਊਟ ਆਫ ਕੰਟਰੀ ਗਿਆ, ਬਾਹਰ ਸਊਦੀ ਅਰੇਬੀਆ ਗਿਆ ਵਾਂ, ਸਊਦੀ ਅਰੇਬੀਆ ਮੈਂ ਪਹਿਲੇ ਹੀ ਹਫਤੇ ਰੋਇਆ ਸੀ। ਹਾਲਾਂਕਿ ਗਲਤੀ ਵੀ ਮੇਰੀ ਨਹੀਂ ਸੀ, ਗਲਤੀ ਵੀ ਥਰਡ ਪਰਸਨ ਦੀ ਸੀ, ਲੇਕਿਨ ਮੈਂ ਰੋਇਆ। ਆ ਕੇ ਓਨਰ ਨੇ ਮੈਨੂੰ ਸਲੈਪਟ ਕੀਤਾ, ਮੈਨੂੰ ਆ ਕੇ ਥੱਪੜ ਮਾਰਿਆ। ਔਰ ਉਹ ਰੀਜ਼ਨ ਵੀ ਮੇਰੀ ਨਹੀਂ ਸੀ, ਬਾਹਰ ਲੜਕੇ ਸ਼ੋਰ ਕਰ ਰਹੇ ਸਨ, ਜਿਹਦੀ ਵਜ੍ਹਾ ਤੋਂ ਕਸਟਮਰ ਨੂੰ ਗੁੱਸਾ ਆਇਆ, ਉਹਨੇ ਆਪਣਾ ਐਪਰਨ ਫਾੜ ਕੇ ਤੇ ਉਹ ਨਾ ਉੱਠ ਕੇ ਖੜਾ ਹੋ ਗਿਆ। ਉਸ ਵਜ੍ਹਾ ਤੋਂ ਆ ਕੇ ਓਨਰ ਨੇ ਮੈਨੂੰ ਥੱਪੜ ਮਾਰਿਆ, ਜਿਸ ਦੀ ਵਜ੍ਹਾ ਤੋਂ ਮੈਂ ਰੋਇਆ। ਔਰ ਅਲਹਮਦੁਲਿਲਾ ਮੈਂ ਕਰਾਚੀ ਵੀ ਰਿਹਾ, ਲਾਹੌਰ ਵੀ ਰਿਹਾ, ਮੇਰਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਬਹੁਤ ਫ਼ਰਕ ਹੁੰਦਾ ਇੱਥੇ ਤੇ ਉੱਥੇ। ਅੱਛਾ, ਪ੍ਰਦੇਸ਼ ਦੇ ਵਿੱਚ ਤੁਹਾਨੂੰ ਕਿਸੇ ਦੀ ਯਾਦ ਆਈ ਹੋਵੇ ਸਭ ਤੋਂ ਜ਼ਿਆਦਾ? ਜੀ ਪ੍ਰਦੇਸ਼ ਦੇ ਵਿੱਚ ਤੁਹਾਨੂੰ ਘਰ ਵਾਲੇ, ਆਪਣੇ ਘਰ ਵਾਲੇ, ਆਪਣੇ ਦੋਸਤ, ਇੱਥੋਂ ਦੇ ਅਜ਼ੀਜ਼ ਜਿਨ੍ਹਾਂ ਦੇ ਨਾਲ ਤੁਸੀਂ ਖੇਡੇ ਜੇ, ਬਚਪਨ ਤੁਹਾਡਾ ਗੁਜ਼ਰਿਆ, ਉਹ ਤੈਨੂੰ ਉੱਥੇ ਬਹੁਤ ਯਾਦ ਆਉਂਦੇ ਨੇ। ਜਦ ਬੰਦਾ ਉੱਥੇ ਚਲਾ ਜਾਂਦਾ ਹੈ ਨਾ, ਸਟਾਰਟਿੰਗ ਦੇ ਵਿੱਚ ਤਕਰੀਬਨ 3-4 ਮਾਹ ਤੱਕ ਜਿਹੜੇ ਪਿੱਛੇ ਦੋਸਤ ਹੁੰਦੇ ਨੇ ਉਹ ਤੁਹਾਨੂੰ ਕਾਲਸ ਵਗੈਰਾ ਕਰਦੇ ਰਹਿੰਦੇ ਨੇ, ਮੈਸੇਜ ਵਗੈਰਾ ਕਰਦੇ ਰਹਿੰਦੇ ਨੇ। ਉਹ ਫਿਰ ਆਹਿਸਤਾ ਆਹਿਸਤਾ ਉਹ ਤੁਹਾਡੀ ਜਿਹੜੀ ਪਿੱਛੇ ਸਪੇਸ ਹੁੰਦੀ ਉਹ ਖ਼ਤਮ ਹੋ ਜਾਂਦੀ ਦੋਸਤਾਂ ਦੇ ਵਿੱਚ। ਜੋ ਤੁਹਾਡਾ ਪਿਆਰ ਮੁਹੱਬਤ ਹੁੰਦਾ ਨਾ, ਉਹ ਤੁਹਾਡੇ ਮਾਇੰਡ ਦੇ ਵਿੱਚੋਂ ਨਿਕਲਦੀ ਜਾਂਦੀ। ਇਹ ਚੀਜ਼ ਹੁੰਦੀ ਦੋਸਤ ਵਗੈਰਾ, ਤੇ ਜਿਹੜਾ ਟਾਈਮ ਸਪੈਂਡ ਕੀਤਾ ਹੁੰਦਾ ਦੋਸਤਾਂ ਨਾਲ, ਆਪਣੇ ਘਰ ਵਾਲਿਆਂ ਨਾਲ, ਉਹ ਤੁਹਾਨੂੰ ਉੱਥੇ ਬਹੁਤ ਜ਼ਿਆਦਾ ਯਾਦ ਆਉਂਦਾ ਹੈ। ਕੰਮ ਦੇ ਦੌਰਾਨ ਵੀ ਆਉਂਦਾ ਹੈ, ਔਰ ਜਦੋਂ ਤੁਸੀਂ ਕੰਮ ਤੋਂ ਹਟ ਕੇ ਆਪਣੇ ਰੂਮ 'ਤੇ ਆਉਂਦੇ ਜੇ, ਕੰਮ ਕਰ ਰਹੇ ਹੁੰਦੇ ਜੇ ਖੁਦ, ਉਸ ਟਾਈਮ ਤੈਨੂੰ ਆਪਣੀ ਵਾਲਦਾ, ਆਪਣੀ ਭੈਣਾਂ ਦੀ ਬਹੁਤ ਯਾਦ ਆਉਂਦੀ ਕਿ ਘਰ ਤੁਸੀਂ ਕੁਝ ਵੀ ਨਹੀਂ ਕਰਦੇ ਸੀ, ਉੱਥੇ ਤੁਹਾਨੂੰ ਕੱਪੜੇ ਵੀ ਧੋਣੇ ਪੈਂਦੇ ਨੇ, ਆਪਣੇ ਆਪਣੇ ਕੱਪੜੇ ਵੀ ਧੋਣੇ ਨੇ। ਉਸ ਤੋਂ ਬਾਅਦ ਤੁਸੀਂ ਰੂਮ ਦੀ ਸਫਾਈ ਵੀ ਕਰਨੀ, ਖਾਣਾ ਵੀ ਬਣਾਉਣਾ ਹੈ, ਸਭ ਕੁਝ ਹੀ ਕਰਨਾ ਹੈ। ਉਸ ਟਾਈਮ ਮਾਂ ਬਾਪ, ਭੈਣ ਭਾਈ, ਸਭ ਦੀ ਬਹੁਤ ਜ਼ਿਆਦਾ ਯਾਦ ਆਉਂਦੀ।
ਅੱਛਾ ਨਾ ਇੱਕ ਸਰ ਇੱਕ ਬੜਾ ਇੰਪੋਰਟੈਂਟ ਜਿਹੜਾ ਸਵਾਲ ਮੈਂ ਤੁਹਾਨੂੰ ਕਰਨਾ ਚਾਹ ਰਿਹਾ ਉਹ ਇਹ ਕਿ ਬਾਜ਼ ਔਕਾਤ ਅਗਰ ਤੁਹਾਡੇ ਮੁਲਕ ਦੇ ਵਿੱਚ ਕੋਈ ਇਨਸੀਡੈਂਟ ਹੋ ਗਿਆ, ਕੋਈ ਫੌਤ ਹੋ ਜਾਂਦਾ ਜਾਂ ਕੋਈ ਵੀ ਮਾਮਲਾ ਐਸਾ ਪੇਸ਼ ਆ ਜਾਂਦਾ, ਉੱਥੇ ਜਿਹੜਾ ਪਰਦੇਸੀ ਬੰਦਾ ਹੁੰਦਾ ਉਹਦੀ ਕੀ ਫੀਲਿੰਗਸ ਹੁੰਦੀਆਂ ਨੇ? ਉੱਥੇ ਅਯੂਬ ਭਾਈ ਬਹੁਤ ਫੀਲਿੰਗ ਦਾ ਬਹੁਤ, ਇੱਥੇ ਅਗਰ ਇਨਸੀਡੈਂਟਸ ਹੋ ਜਾਂਦਾ ਨਾ ਤੇ ਤੁਸੀਂ ਪਹੁੰਚ ਜਾਂਦੇ ਜੇ, ਵਕਤੀ ਤੌਰ ਪਹੁੰਚ ਜਾਂਦੇ ਜੇ, 1-2 ਘੰਟੇ ਵਿੱਚ 3 ਘੰਟੇ ਚ ਪਹੁੰਚ ਜਾਂਦੇ ਜੇ। ਉੱਥੇ ਜਦੋਂ ਇਹੋ ਜਿਹਾ ਕੋਈ ਇਨਸੀਡੈਂਟ ਬਣ ਜਾਂਦਾ ਨਾ ਅਯੂਬ ਭਾਈ, ਤੇ ਬਹੁਤ ਹੀ ਮੁਸ਼ਕਿਲ ਬਣਦਾ ਵੇ। ਮੈਂ ਖੁਦ ਉੱਥੇ ਸੀਨ ਦੇਖੇ ਨੇ। ਮੇਰੀ ਮੈਂ ਤੋਂ ਗਿਆ ਸੀ ਤਕਰੀਬਨ 1 ਵੀਕ ਬਾਅਦ ਮੇਰੀ ਨਾਨੀ ਦੀ ਡੈਥ ਹੋ ਗਈ। ਫਿਰ ਮੇਰੇ ਉੱਥੇ ਅਜ਼ੀਜ਼ ਹੈ ਸਨ, ਉਹਨਾਂ ਦੀਆਂ 2-3 ਡੈਥ ਹੋਈਆਂ। ਫਿਰ ਇੱਕ ਦੋਸਤ ਸੀ ਰੀਸੈਂਟਲੀ, ਅਸਗਰ ਬਾਈ ਹੋਰਾਂ ਦਾ ਦੋਸਤ ਹੈ ਵੇ, ਉਹਦੀ ਮਾਮੀ ਤੇ ਨਾਨੀ ਦੀ ਐਟ ਅ ਟਾਈਮ ਡੈਥ ਹੋਈ ਇੱਕ ਦਿਨ ਦੇ ਵਿੱਚ। ਤੇ ਉਹ ਬਹੁਤ ਹੀ ਜਿਹੜਾ ਰੂਮ ਦਾ ਹਿਸਾਬ ਕਿਤਾਬ ਹੁੰਦਾ ਨਾ, ਸਭ ਉਲਟ ਪੁਲਟ ਹੋ ਜਾਂਦਾ ਹੈ। ਬੰਦੇ ਨੂੰ ਸਮਝ ਨਹੀਂ ਆ ਰਹੀ ਹੁੰਦੀ, ਸਾਰਾ ਨਿਜ਼ਾਮ ਇੱਕ ਦਫਾ ਬੰਦੇ ਦਾ ਉਲਟ ਪੁਲਟ ਹੋ ਜਾਂਦਾ। ਔਰ ਫੀਲਿੰਗਸ ਇਤਨੀਆਂ, ਬੰਦੇ ਦਾ ਦਿਲ ਕਰਦਾ ਕਿ ਨਾ ਸਭ ਕੁਝ ਖਤਮ ਕਰਕੇ ਵਾਪਸੀ ਚਲਾ ਜਾਵਾਂ। ਲੇਕਿਨ ਉਸ ਟਾਈਮ ਬੰਦਾ ਬਹੁਤ ਮਜਬੂਰ ਹੁੰਦਾ, ਨਾ ਬੰਦਾ ਅੱਗੇ ਜੋਗਾ ਹੁੰਦਾ ਨਾ ਪਿੱਛੇ ਜੋਗਾ ਹੁੰਦਾ, ਕੁਝ ਵੀ ਨਹੀਂ ਕਰ ਸਕਦਾ ਉਸ ਟਾਈਮ। ਅੱਛਾ, ਮੈਨੂੰ ਆਖਰੀ ਸਵਾਲ ਹੈ ਕਿ ਤੁਸੀਂ ਜਿਹੜੇ ਸਾਡੇ ਆਲਰੇਡੀ ਸਾਡੇ ਭਰਾ ਪ੍ਰਦੇਸ਼ ਦੇ ਵਿੱਚ ਰਹਿ ਰਹੇ ਨੇ, ਉਹਨਾਂ ਵਾਸਤੇ ਕੋਈ ਤੁਸੀਂ ਕੋਈ ਖੁਸੂਸੀ ਪੈਗਾਮ ਦੇਣਾ ਚਾਹੋ? ਮੈਂ ਉਹਨਾਂ ਵਾਸਤੇ ਇਹ ਖਸੂਸੀ ਪੈਗਾਮ ਦੇਣਾ ਚਾਹੁੰਦਾ ਕਿ ਜਿੱਥੇ ਰਹਿੰਦੇ ਜੇ ਨਾ, ਉਹਨਾਂ ਦੇ ਨਾਲ ਅੱਛੇ ਤਰੀਕੇ ਨਾਲ ਟਾਈਮ ਸਪੈਂਡ ਕਰੋ। ਬਾਜ਼ ਕਰਤੇ ਅਯੂਬ ਭਾਈ ਇੰਝ ਹੁੰਦਾ, ਇੱਕ ਬੰਦਾ ਉੱਠ ਜਾਂਦਾ ਨਾ, ਪਿੱਛੋਂ ਦੀਆਂ ਬੁਰਾਈਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਇਹ ਇਸ ਕੰਮ ਤੋਂ ਅਵੋਇਡ ਕਰਨ, ਇੱਕ ਬੰਦਾ ਉੱਠ ਕੇ ਜਾਂਦਾ ਉਹਦੀ ਪਿੱਛੋਂ ਬੁਰਾਈਆਂ ਕਰਨ ਲੱਗ ਪੈਂਦੇ ਨੇ, ਜੇ ਦੂਸਰਾ ਉੱਠ ਕੇ ਜਾਂਦਾ ਫਿਰ ਉਹਦੀਆਂ ਬੁਰਾਈਆਂ ਕਰਨ। ਹਾਲਾਂਕਿ ਮੁਸ਼ਤਰਕਾ ਟੋਟਲੀ ਸਾਰੇ ਬੰਦੇ ਹੀ ਇੱਕ ਬੰਦੇ ਦੀ ਬੁਰਾਈ ਦੇ ਵਿੱਚ, ਯਾਨੀ ਕਿ ਸਾਰੇ ਇੱਕ ਦੂਸਰੇ ਦੀਆਂ ਬੁਰਾਈਆਂ ਕਰਦੇ ਨੇ, ਤੇ ਇਸ ਚੀਜ਼ ਤੋਂ ਅਵੋਇਡ ਕਰਨ। ਇਹ ਸਨ ਸਾਡੇ ਵੀਰ ਭਰਾ ਪ੍ਰਦੇਸੀ, ਤੇ ਕਹਿੰਦੇ ਨੇ ਕਿ ਪ੍ਰਦੇਸੀ ਪੂਰੀ ਨਾਲੋਂ ਆਧੇ ਘਰ ਦੀ ਅੱਧੀ ਵੀ ਚੰਗੀ ਹੁੰਦੀ ਹੈ। ਇਸ ਦੇ ਨਾਲ ਹੀ ਆਪਣੇ ਵੀਰ ਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਨਵੇਂ ਸਬਕ ਅਮੋਜ਼ ਵੀਡੀਓ ਦੇ ਨਾਲ। ਤਬ ਤੱਕ ਲਈ ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।